ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਚਮਕੌਰ ਸਿੰਘ ਮਾਛੀਕੇ। ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਕਿਸੇ ਖਾਸ ਫੀਲਡ ਦੇ ਵਿੱਚ ਮਹਾਰਤ ਹਾਸਲ ਕੀਤੀ ਹੁੰਦੀ ਹੈ। ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਆ ਉਹ ਹੈਗੀ ਰੀਅਲ ਐਸਟੇਟ ਦੇ ਨਾਲ ਸੰਬੰਧਿਤ। ਰੀਅਲ ਐਸਟੇਟ ਦੇ ਵਿੱਚ ਅੱਜ ਕੱਲ੍ਹ ਕੀ ਚੱਲ ਰਿਹਾ ਹੈ? ਵੈਸੇ ਤਾਂ ਸਭ ਨੂੰ ਪਤਾ ਕਿ ਚਾਰੇ ਪਾਸੇ ਮੰਦੀ ਦਾ ਦੌਰ ਹੈ ਇਸ ਟਾਈਮ, ਪਰ ਰੀਅਲ ਐਸਟੇਟ ਦੇ ਵਿੱਚ ਕਿੱਥੇ ਅਸੀਂ ਇਨਵੈਸਟ ਕਰ ਸਕਦੇ ਹਾਂ ਉਹਦੀ ਆਪਾਂ ਜ਼ਰੂਰ ਗੱਲਬਾਤ ਅੱਜ ਆਪਾਂ ਕਰਨੀ ਆ। ਸਾਡੇ ਨਾਲ ਸਟੂਡੀਓ ਦੇ ਵਿੱਚ ਰੀਅਲ ਐਸਟੇਟ ਬ੍ਰੋਕਰ ਨੇਹਾ ਸੇਠੀ ਜੀ ਪਹੁੰਚੇ ਹੋਏ ਨੇ। ਆਪਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਆਪਾਂ ਕੁਝ ਕੁ ਪ੍ਰੋਜੈਕਟ ਨੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ। ਨੇਹਾ ਜੀ, ਸਵਾਗਤ ਹੈ ਤੁਹਾਡਾ ਅੱਜ ਦੇ ਸ਼ੋਅ ਦੇ ਵਿੱਚ। ਥੈਂਕ ਯੂ ਸੋ ਮਚ ਚਮਕੌਰ ਜੀ। ਥੈਂਕ ਯੂ ਜੀ। ਨੇਹਾ ਜੀ, ਵੈਸੇ ਤਾਂ ਪਹਿਲਾਂ ਆਪਾਂ ਥੋੜ੍ਹੀ ਜਿਹੀ ਰੀਅਲ ਐਸਟੇਟ ਦੀ ਗੱਲਬਾਤ ਕਰ ਲਈਏ। ਮੈਂ ਦੱਸ ਹੀ ਚੁੱਕਿਆ ਕਿ ਥੋੜ੍ਹਾ ਜਿਹਾ ਮੰਦੀ ਚੱਲ ਰਹੀ ਹੈ, ਪਰ ਤੁਹਾਡੇ ਅਕੋਰਡਿੰਗ ਆਪਾਂ ਦੇਖੀਏ ਤਾਂ ਕਿਵੇਂ ਚੱਲ ਰਿਹਾ? ਕਿਉਂਕਿ ਤੁਸੀਂ ਕਾਫੀ ਐਕਟਿਵ ਰਹਿੰਦੇ ਹੋ ਰੀਅਲ ਐਸਟੇਟ ਦੇ ਵਿੱਚ। ਹਾਂਜੀ ਚਮਕੌਰ ਜੀ। ਸੋ ਸਾਰੀ ਜਿਹੜੀ ਮਾਰਕੀਟ ਹੁੰਦੀ ਆ ਨਾ, ਚਾਹੇ ਮਾਰਕੀਟ ਡਾਊਨ ਹੈਗੀ ਆ, ਗੋਇੰਗ ਅਪ ਹੈਗੀ ਆ, ਬਾਇਰਸ ਸਾਰੇ ਟਾਈਮ ਰੈਡੀ ਹੈਗੇ ਆ। ਈਵਨ ਰਾਈਟ ਨਾਓ ਲਾਈਕ ਵੀ ਹੈਵ ਸੋ ਮੈਨੀ ਲਿਸਟਿੰਗਸ ਐਂਡ ਵੀ ਆਰ ਸੈਲਿੰਗ। ਰਾਈਟ, ਤੁਸੀਂ ਕਮਰਸ਼ੀਅਲ ਦੇਖ ਲਓ, ਤੁਸੀਂ residential ਦੇਖ ਲਓ, people are still investing, right? Because this is the time to actually invest when the market is low, price is down ਹੈਗੇ, that's the right time to invest। ਬਿਲਕੁਲ। ਜਦੋਂ ਜਾਣੀ ਕਿ ਮਾਰਕੀਟ ਥੋੜੀ ਜੀ ਸਲੋ ਹੁੰਦੀ ਆ, ਕੀਮਤਾਂ ਘਟ ਜਾਂਦੀਆਂ ਹਨ, ਘਰਾਂ ਦੀਆਂ ਕੀਮਤਾਂ ਵੀ ਘਟ ਜਾਂਦੀਆਂ, ਕਮਰਸ਼ੀਅਲ ਦੀਆਂ ਵੀ ਘਟ ਜਾਂਦੀਆਂ, ਤੇ ਉਦੋਂ ਜਿਹਨੇ ਕੁਝ ਖਰੀਦਣਾ ਹੁੰਦਾ ਓਬਵੀਅਸਲੀ ਜਦੋਂ ਕੋਈ ਕਿਸੇ ਚੀਜ਼ ਦੀ ਕੀਮਤ ਘਟਦੀ ਹੈ ਤਾਂ ਉਦੋਂ ਵਾਇਰ ਜ਼ਿਆਦਾ ਹੁੰਦੇ ਹੈ। ਹੁਣ ਮੈਂ ਵੀ ਦੇਖ ਰਿਹਾ ਸੀਗਾ ਸਾਡੇ ਘਰ ਦੇ ਆਸੇ-ਪਾਸੇ ਕਾਫੀ ਘਰ ਲਿਸਟ ਕੀਤੇ ਹੋਏ ਨੇਗੇ, ਔਰ ਉਹ ਮੈਂ ਦੇਖਦਾ ਕਿ ਜਦੋਂ ਵਿਦਨ 1 ਵੀਕ ਉਹ ਸੋਲਡ ਦਾ ਫੱਟਾ ਲੱਗ ਜਾਂਦਾ ਉੱਥੇ। ਸੋ ਇਹਦਾ ਮਤਲਬ ਵੀ ਹੁਣ ਬਾਏ ਕਰਨ ਦਾ ਜਿਹੜਾ ਸਮਾਂ 100% ਚਮਕੌਰ ਜੀ। ਜਦ ਸਾਨੂੰ ਨਾ ਇਹ ਫੋਮੋ ਰਹਿੰਦਾ ਹੈ ਸਾਰਿਆਂ ਨੂੰ, ਹੈ ਨਾ, ਕਿ ਮਾਰਕੀਟ ਉੱਪਰ ਜਾ ਰਹੀ ਹੈ, ਆਪਾਂ ਵੀ ਲੈ ਲਈਏ। ਬਟ ਰਾਈਟ ਟਾਈਮ ਟੂ ਬਾਏ ਉਸੇ ਟਾਈਮ ਹੁੰਦਾ ਆ ਜਦ ਮਾਰਕੀਟ ਡਾਊਨ ਹੈਗੀ ਆ। ਰਾਈਟ, ਜਿਹੜੇ ਲੋਕਾਂ ਦੀ ਅੱਗੇ ਕਲੋਜ਼ਿੰਗਸ ਹੈਗੀਆਂ ਡੈਫੀਨੇਟਲੀ ਦੇ ਆਰ ਬਾਇੰਗ ਉਸ ਟਾਈਮ, ਹੈ ਨਾ, ਕਿ ਬਈ ਆਪਾਂ ਵੇਚ ਕੇ ਹੁਣ ਅੱਗੇ ਲੈਣਾ ਹੈਗਾ ਆ। ਬਟ ਇਨਵੈਸਟਮੈਂਟ ਪੁਆਇੰਟ ਆਫ ਵਿਊ ਤੋਂ ਜੇ ਤੁਸੀਂ ਸੋਚੋ, ਰਾਈਟ, ਦਿਸ ਇਜ਼ ਦਾ ਰਾਈਟ ਟਾਈਮ ਟੂ ਬਾਏ ਬਿਕਾਜ਼ ਵੈਲਿਊ ਡਾਊਨ ਹੈਗੀ, ਇੰਟਰਸਟ ਰੇਟ ਤਾਂ ਨੀਚੇ ਆਉਣਾ ਹੀ ਆਉਣਾ ਹੈਗਾ ਫॉर श्योर, ਰਾਈਟ, ਤੇ ਵੈਲਿਊ ਡਾਊਨ ਰਾਈਟ ਨਾਓ ਹੈਗੀ ਆ। ਹੁਣ ਅਗਲੇ ਮਹੀਨੇ ਫਿਰ ਇੱਕ ਮੀਟਿੰਗ ਹੈਗੀ ਤੇ ਉਹਦੇ 'ਚ ਵੀ ਲੋਕ ਦੇਖ ਰਹੇ ਆ, ਲੋਕ ਦੇਖ ਰਹੇ ਆ ਵੀ ਪਤਾ ਨਹੀਂ ਕੀ ਹੋਣਾ ਹੈਗਾ, ਹੈ ਨਾ। ਉਦੋਂ ਤੁਹਾਨੂੰ ਲੱਗਦਾ ਕਿ ਇੰਟਰਸਟ ਰੇਟ ਥੋੜ੍ਹਾ ਵਧੇਗਾ ਘਟੇਗਾ? ਕਹਿਣਾ ਬੜਾ ਮੁਸ਼ਕਿਲ ਆ, ਬਟ ਆਈ ਥਿੰਕ ਇਟਸ ਗੋਇੰ ਟੂ ਗੋ ਅਪ ਲਿਟਲ ਬਿਟ, ਮੇਬੀ 0.25। ਥੋੜਾ ਜਿਹਾ ਪਹਿਲਾਂ ਹਾਈ ਹੋਵੇਗਾ ਤੇ ਫਿਰ ਅਗਲੇ ਸਾਲ ਥੋੜਾ ਜਿਹਾ ਮੈਨੂੰ ਲੱਗਦਾ ਫਿਰ ਨੀਚੇ ਵੀ ਆਵੇਗਾ। ਯੈਸ, ਐਂਡ ਆਫ ਦਿਸ ਈਅਰ, ਅਰਲੀ ਨੈਕਸਟ ਈਅਰ ਯੂ ਆਰ ਥਿੰਕਿੰਗ ਕਿ ਥੋੜਾ ਹੋਏਗਾ। ਅੱਛਾ, ਹੁਣ ਨਾ ਜਿਹੜੀਆਂ ਰੈਂਟਲ ਪ੍ਰਾਪਰਟੀਆਂ ਨੇ, ਰੈਂਟ ਕਾਫੀ ਵਧੇ ਹੋਏ ਨੇ, ਹੈ ਨਾ। ਹਾਂਜੀ। ਸੋ ਤੁਸੀਂ ਕੀ ਸੁਜੈਸਟ ਕਰਦੇ ਹੋਗੇ ਜਿਹਨੇ ਇਨਵੈਸਟਮੈਂਟ ਕਰਨੀ ਆ ਉਹ ਘਰਾਂ ਦੇ ਵਿੱਚ ਕਰੇ ਜਾਂ ਕਮਰਸ਼ੀਅਲ ਦੇ ਵਿੱਚ ਕਰੇ? ਦੇਖੋ, ਸਾਰਿਆਂ ਤੋਂ ਜ਼ਿਆਦਾ ਇੰਪੋਰਟੈਂਟ ਹੈਗਾ ਆਪਣਾ ਬਜਟ ਦੇਖਣਾ, ਰਾਈਟ। ਮੈਂ ਸਾਰਿਆਂ ਨੂੰ ਇਹ ਕਹਿੰਦੀ ਆ, ਯੂ ਹੈਵ ਟੂ ਲੁੱਕ ਐਟ ਯੂਰ ਬਜਟ। ਸਾਰਿਆਂ ਤੋਂ ਜ਼ਿਆਦਾ ਇੰਪੋਰਟੈਂਟ ਮੇਨ ਪ੍ਰੋਸਪੈਕਟਿਵ ਉਹੀ ਹੈਗਾ ਬਜਟ ਦਾ, ਰਾਈਟ। ਮੇਰੇ ਕੋਲ ਕਲਾਇੰਟਸ ਹੈਗੇ ਜਿਹੜੇ ਹੈਮਿਲਟਨ ਦੇ ਵਿੱਚ ਇਨਵੈਸਟਮੈਂਟ ਕਰਦੇ ਪਏ ਰੈਜ਼ੀਡੈਂਸ਼ੀਅਲ ਪ੍ਰਾਪਰਟੀਜ਼ ਦੇ ਵਿੱਚ, ਹੈ ਨਾ। ਦੇਅਰ ਆਰ ਪ੍ਰਾਪਰਟੀਜ਼ ਜਿਹਦੇ ਵਿੱਚ ਤੁਸੀਂ ਕੈਸ਼ ਫਲੋ ਹੈਗੀਆਂ, ਹੈ ਨਾ। ਵਿੰਜ਼ਰ ਦੇ ਵਿੱਚ ਵੀ ਹਲੇ ਤੱਕ ਪ੍ਰਾਪਰਟੀਜ਼ ਹੈਗੀਆਂ ਜਿੱਥੇ ਕੈਸ਼ ਫਲੋ ਹੈਗਾ ਆ, ਤੇ ਬਜਟ ਤੇ ਬਹੁਤ ਡਿਪੈਂਡ ਕਰਦਾ ਹੈ ਚਮਕੌਰ ਜੀ, ਰਾਈਟ। ਕਈ ਹੁਣ ਮੇਰੇ ਕੋਲ ਕਲਾਇੰਟਸ ਹੈਗੇ ਜਿਹੜੇ ਸਿਰਫ ਕਮਰਸ਼ੀਅਲ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਨੇ। ਉਹਦਾ ਫਾਇਦਾ ਇਹ ਹੈਗਾ ਆ ਕਿ 20 ਈਅਰਸ ਤੱਕ, 10 ਈਅਰਸ ਦੀ ਉਹਨਾਂ ਦੀ ਲੀਜ਼ ਹੋ ਜਾਂਦੀ ਆ, ਰਾਈਟ। ਸੋ ਜਿੱਥੇ ਰੈਜ਼ੀਡੈਂਸ਼ੀਅਲ 'ਚ ਤੁਹਾਨੂੰ ਐਵਰੀ ਈਅਰ ਜਾਂ 2 ਸਾਲ ਦੇ ਬਾਅਦ ਤੁਸੀਂ ਦੇਖਦੇ ਹੋ ਟਰਨ ਅਰਾਊਂਡ ਜ਼ਿਆਦਾ ਹੁੰਦਾ ਹੈ ਟੈਨਸ ਦੇ ਵਿੱਚ, ਰਾਈਟ। ਸਪੈਸ਼ਲੀ ਜਿੱਦਾਂ ਸਟੂਡੈਂਟਸ ਮੂਵ ਹੋ ਗਏ, ਰਾਈਟ, ਤੇ ਉਹਨਾਂ ਨੂੰ ਫਿਰ ਅਗੇਨ ਯੂ ਹੈਵ ਟੂ ਫਾਈਂਡ ਸਮਬਡੀ। ਬਟ ਕਮਰਸ਼ੀਅਲ ਦੇ ਵਿੱਚ ਇਹ ਫਾਇਦਾ ਹੈਗਾ, ਇੱਕ ਵਾਰ ਲੀਜ਼ ਹੁੰਦੀ ਹੈ, ਮਿਨੀਮਮ 5 ਈਅਰਸ to 10 ਈਅਰਸ ਕਿੱਥੇ ਨਹੀਂ ਗਏ, ਰਾਈਟ। ਐਂਡ ਰੀਨਿਊਅਲ ਪੀਰੀਅਡ ਤਾਂ ਹੁੰਦਾ ਹੀ ਹੁੰਦਾ ਹੈਗਾ, ਰਾਈਟ। ਜੇ ਬਿਜ਼ਨਸ ਚੱਲ ਰਿਹਾ ਕੌਣ ਜਗ੍ਹਾ ਛੱਡ ਕੇ ਜਾਏਗਾ? ਬਿਲਕੁਲ। ਮੋਸਟਲੀ ਆਪਣੇ ਜਿਹੜੇ ਲੋਕ ਆ ਨਾ ਉਹ ਕਹਿੰਦੇ ਆ ਕਿ ਅਸੀਂ ਆਪਦੇ ਨੇੜੇ ਤੇੜੇ ਦੇਖ ਲਈਏ, ਬਰੈਂਪਟਨ, ਮਿਸੀਸਾਗਾ ਦੇ ਵਿੱਚ ਜਾਂ GTA ਦੇ ਵਿੱਚ ਸਾਨੂੰ ਕਿਤੇ ਕੋਈ ਪ੍ਰਾਪਰਟੀ ਮਿਲ ਜੇ, ਅਸੀਂ ਉਹਦੀ ਦੇਖਭਾਲ ਵੀ ਕਰ ਸਕਦੇ ਹਾਂ। ਤੁਸੀਂ ਕੀ ਸੁਜੈਸਟ ਕਰਦੇ ਹੋਗੇ? ਕਿਉਂਕਿ ਹੁਣ ਜੇ ਇਹ ਬਿਜੀ ਬਹੁਤ ਆ ਇਹ ਏਰੀਆ, ਹੈ ਨਾ, ਅਤੇ ਇੱਥੇ ਰੇਟ ਵੀ ਜ਼ਿਆਦਾ ਨੇ। ਕਈ ਵਾਰੀ ਇਨਵੈਸਟਰ ਕੋਲ ਇੰਨੇ ਪੈਸੇ ਨਹੀਂ ਹੁੰਦੇ ਕਿ ਉਹ ਇੱਥੇ ਖਰੀਦ ਸਕੇ, ਹੈ ਨਾ। ਉਹ ਇੱਥੇ ਆਸੇ-ਪਾਸੇ ਦੇਖਦੇ ਰਹਿੰਦੇ ਆ, ਅਤੇ ਫਿਰ ਉਹ ਜਦੋਂ ਪਤਾ ਲੱਗਦਾ ਵੀ ਯਾਰ ਸਾਡੀ ਪਹੁੰਚ ਤੋਂ ਬਾਹਰ ਆ, ਤੇ ਫਿਰ ਉਹ ਸਮਾਂ ਲੰਘ ਜਾਂਦਾ ਉਹਨਾਂ ਦਾ ਇਨਵੈਸਟ ਕਰਨ ਦਾ, ਹੈ ਨਾ। ਸੋ ਤੁਸੀਂ ਕੀ ਸੁਜੈਸਟ ਕਰਦੇ ਹੋ ਕਿ GTA ਤੋਂ ਬਾਹਰ ਵੀ ਕੋਈ ਚੀਜ਼ ਪ੍ਰਾਪਰਟੀ ਦੇਖਣ ਦਾ ਫਾਇਦਾ ਹੈਗਾ?
100% ਜੇ ਤੁਸੀਂ ਕੈਸ਼ ਫਲੋ ਚਾਹੁੰਦੇ ਹੈਗੇ ਹੋ ਤਾਂ ਯੂ ਹੈਵ ਟੂ ਇਨਵੈਸਟ ਵੈਰੀ ਵਾਈਜ਼ਲੀ ਕਿ ਪ੍ਰੋਪਰਟੀ ਮੋਰਗੇਜ ਟੇਕ ਕੇਅਰ ਕਰਨੀ ਚਾਹੀਦੀ ਹੈਗੀ ਉਹਦੀ, ਰਾਈਟ ਹੈ ਨਾ। ਜੇ ਤੁਸੀਂ ਬ੍ਰੈਂਪਟਨ ਦੇ ਵਿੱਚ ਲੈ ਰਹੇ ਹੋ ਜਾਂ ਤੁਸੀਂ ਕਿਤੇ ਅੰਟਰ ਅਨਲੈਸ ਹੋ ਜਿੱਦਾਂ ਡੁਪਲੈਕਸ ਹੈਗਾ ਆ ਜਾਂ 5 ਸਪਲਿਟ ਜਿੱਦਾਂ ਲੈਵਲ ਬੰਗਲੋ ਹੈਗਾ ਆ ਹੈ ਨਾ, ਉਹਦੇ ਵਿੱਚ ਤੁਹਾਡੀ ਰੈਂਟਲ ਇਨਕਮ ਠੀਕ ਬਣ ਰਹੀ ਹੈਗੀ ਆ ਬ੍ਰੈਂਪਟਨ ਦੇ ਵਿੱਚ। ਬਟ ਇਫ ਯੂ ਆਰ ਲੁਕਿੰਗ ਐਟ ਅ ਡੀਟੈਚ ਜਾਂ ਫਿਰ ਜੇ ਤੁਸੀਂ ਸੋਚ ਰਹੇ ਹੋ ਕਿ ਟਾਊਨ ਹੋਮ, ਉਹਦੇ ਵਿੱਚ ਇਟਸ ਵੈਰੀ ਹਾਰਡ ਸਪੈਸ਼ਲੀ ਰਾਈਟ ਨਾਓ ਵਿਦ ਦ ਇੰਟਰਸਟ ਰੇਟ ਹਾਈ, ਰਾਈਟ। ਸੋ ਸਾਡੇ ਕੋਲ ਪੈਰਿਸ ਦੇ ਵਿੱਚ ਟਾਊਨ ਹੋਮਸ ਹੈਗੇ ਆ 5-5 ਲੱਖ ਤੋਂ, ਰਾਈਟ। ਲਿੰਜ਼ੀ ਦੇ ਵਿੱਚ ਸਾਡੇ ਕੋਲ ਟਾਊਨਸ ਹੈਗੇ ਆ 5 ਲੱਖ ਤੋਂ। ਦੈਨ ਆਪਾਂ ਜਿਹੜੀ ਵਿੰਜ਼ਰ ਦੇ ਵਿੱਚ ਇਨਵੈਸਟਮੈਂਟਸ ਆਪਣੇ ਕਲਾਇੰਟਸ ਦੀ ਕਰਾਈਆਂ ਹੈਗੀਆਂ, ਦੇ ਆਰ ਹੈਪੀ। ਇੱਕ ਤਾਂ ਉਹਨਾਂ ਦੇ ਵੈਲਿਊ ਵੀ ਵਧ ਗਈ ਹੈਗੀ ਹੈ ਘਰਾਂ ਦੀ, ਐਂਡ ਔਨ ਟਾਪ ਆਫ ਦੈਟ ਕੈਸ਼ ਫਲੋ ਹੈਗਾ ਆ। ਵੈਸੇ ਜਿਹੜੇ ਫਸਟ ਟਾਈਮ ਹੋਮ ਬਾਇਰ ਹੈਗੇ ਤੇ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਪੈਰਿਸ ਵਿੱਚ ਜਾਂ ਜਿਵੇਂ ਵਿੰਜ਼ਰ ਦੇ ਵਿੱਚ ਜਾਂ ਕਿਤੇ ਆਸੇ-ਪਾਸੇ ਦੇਖ ਲੈਣਾ ਚਾਹੀਦਾ। 100% ਇਟਸ ਅਫੋਰਡੇਬਿਲਿਟੀ, ਉਹਨਾਂ ਦੀ ਬੈਸਟ ਅਫੋਰਡੇਬਿਲਿਟੀ ਦੇ ਵਿੱਚ ਹੈਗਾ। ਦੇ ਵਿਲ ਬੀ ਨਾਟ ਸਕੇਅਰਡ ਆਲਸੋ, ਹੈ ਨਾ, ਕਿ ਸਾਡੇ ਜੇ ਇੰਟਰਸਟ ਰੇਟ ਵਧ ਰਿਹਾ ਹੈਗਾ ਕਿ ਐਟਲੀਸਟ ਮੋਰਗੇਜ ਤਾਂ ਘੱਟਦੀ ਹੈ ਨਾ, 5 ਲੱਖ ਦੀ ਹੈਗੀ ਹੈ, 6 ਲੱਖ ਦੀ ਆ, ਰਾਈਟ। ਸੋ ਦੈਨ ਦੇ ਕੈਨ ਮੂਵ ਔਨ ਲੇਟਰ ਔਨ ਜਦੋਂ ਉਹਨਾਂ ਦੀ ਇਕੁਇਟੀ ਵਧ ਜਾਂਦੀ ਹੈਗੀ ਆ। ਬਿਲਕੁਲ। ਸੋ ਹੁਣ ਆਪਾਂ ਜਿਹੜਾ ਕਮਰਸ਼ੀਅਲ ਦਾ ਕੋਈ ਤੁਹਾਡੇ ਕੋਲ ਜਿਹੜਾ ਲੇਟੈਸਟ ਪ੍ਰੋਜੈਕਟ ਹੈਗਾ ਉਹਦੇ ਤੇ ਗੱਲਬਾਤ ਕਰੀਏ। ਕਿੱਥੇ ਹੈਗਾ ਇਹ ਪ੍ਰੋਜੈਕਟ? ਪੈਰਿਸ ਦੇ ਵਿੱਚ ਹੈਗਾ ਚਮਕੌਰ ਜੀ। ਇਟਸ ਵਨ ਆਫ ਦ ਬੈਸਟ ਵਨਸ ਰਾਈਟ ਨਾਓ ਟੂ ਇਨਵੈਸਟ ਇਨ। ਤੁਸੀਂ ਜਿਹੜੇ ਮਰਜ਼ੀ ਏਰੀਆ ਪਿਕ ਕਰਕੇ ਦੇਖ ਲਓ। ਜਿਹੜਾ ਇਹ ਵਾਲਾ ਪਲਾਜ਼ਾ ਹੈਗਾ ਆ, ਇਟਸ ਲਾਈਕ 1 ਮਿੰਟ ਫਰੋਮ ਦ ਹਾਈਵੇ, ਐਕਚੁਅਲੀ ਨਾਟ ਇਵਨ 1 ਮਿੰਟ, ਇਟਸ ਲਾਈਕ 30 ਸੈਕਿੰਡਸ ਦਾ ਹੈਗਾ ਆ, ਹੈ ਨਾ। ਉੱਥੇ ਫੋਰਡ ਦਾ ਨਿਊ ਪਲਾਂਟ ਹੈਗਾ ਆ, ਰਾਈਟ। ਸਾਰੀ ਨਿਊ ਕਮਿਊਨਿਟੀ ਉੱਥੇ ਬੰਦੀ ਪਈ ਆ। ਬਾਏ ਦ ਟਾਈਮ ਇਹ ਵਾਲੇ ਘਰ ਰੈਡੀ ਹੋਣੇ ਆ, ਹੈ ਨਾ, ਸਾਰੀ ਉੱਥੇ ਨਿਊ ਕਮਿਊਨਿਟੀ ਮੂਵ ਇਨ ਹੋ ਰਹੀ ਆ। ਸੋ ਯਾ। ਅੱਛਾ, ਉਹਦੇ 'ਚ ਕਿੱਡਾ ਕੁ ਪਲਾਜ਼ਾ ਹੈਗਾ, ਕਿੰਨੇ ਕੁ ਯੂਨਿਟ ਹੈਗੇ ਨੇ ਉਹਦੇ 'ਚ, ਕਿੰਨੇ ਕੁ ਸੋਲਡ ਹੋ ਗਏ ਆ? ਸੋ ਬੇਸਿਕਲੀ ਉੱਥੇ 43,000 ਸਕੁਆਇਰ ਫੁੱਟ ਦੇ ਵਿੱਚ ਇਹ ਪਲਾਜ਼ਾ ਬਣਦਾ ਪਿਆ ਆ ਤੇ 4 ਬਿਲਡਿੰਗਸ ਹੈਗੀਆਂ ਇਹਨਾਂ ਦੀ, ਰਾਈਟ। ਬਿਲਡਿੰਗ A, B, C, D ਤੇ ਆਪਾਂ ਆਲਰੇਡੀ 40 ਯੂਨਿਟਸ ਇਟਸ ਆਲਰੇਡੀ ਗੋਨ। ਹੁਣ ਆਪਾਂ ਨਈ ਬਿਲਡਿੰਗਸ ਐਕਚੁਅਲੀ ਖੋਲਣ ਲੱਗੇ ਆ, ਬਿਲਡਿੰਗ C and D, ਜਿਹਦੇ ਵਿੱਚ A ਤੇ B ਸੋਲਡ। ਹਾਂਜੀ, ਅੱਛਾ। A and B is all sold out now. Only C and D ਵਾਲੀ ਬਿਲਡਿੰਗ ਜਿਹੜੀ ਹੈਗੀ ਇਟਸ ਅਵੇਲੇਬਲ ਐਂਡ ਅਰਾਊਂਡ ਅਬਾਊਟ 40 ਜਾਂ 42 ਯੂਨਿਟਸ ਹੈਗੇ ਆ। ਅੱਛਾ, ਹਜੇ ਰਹਿੰਦੇ ਨੇਗੇ? ਹਾਂਜੀ, ਇਹ ਬਿਲਡਿੰਗ C and D ਦੇ ਵਿੱਚ ਜਿਹੜੇ ਨਿਊ ਆਪਾਂ ਓਪਨ ਕੀਤੇ ਆ। ਅੱਛਾ, ਇਹ ਜਿਹੜੇ ਪਹਿਲਾਂ ਸੇਲ ਹੋ ਗਏ ਨੇਗੇ, ਹਨਾ, ਸੇਮ ਪਲਾਜ਼ਾ ਇੱਕੋ ਹੀ ਆ, ਸੇਮ ਪਲਾਜ਼ਾ? ਹਾਂਜੀ, ਸੇਮ ਪਲਾਜ਼ਾ। ਤੇ ਉੱਥੇ ਹੁਣ ਕੀ ਬਣ ਕੀ ਸਕਦਾਗਾ? ਓਪਰਚੁਨਿਟੀਜ਼ ਕੀ ਹੈਗੀਆਂ ਨੇ ਉੱਥੇ? ਕੋਈ ਰੈਸਟੋਰੈਂਟ ਵਗੈਰਾ ਖੁੱਲ ਸਕਦਾ ਜਾਂ ਮੈਡੀਕੇਅਰ ਦੇ ਨਾਲ ਸੰਬੰਧਿਤ ਕੋਈ ਆਪਾਂ ਗੱਲਬਾਤ ਕਰ ਲਈ, ਕੋਈ ਫਾਰਮੇਸੀ ਵਗੈਰਾ ਜਾਂ ਇਦਾਂ ਦਾ ਕੁਝ? ਹਾਂਜੀ, ਫਾਰਮੇਸੀ ਇਜ਼ ਅਵੇਲੇਬਲ। ਮੈਡੀਕਲ ਤੇ ਡੈਂਟਲ ਤਾਂ ਤੁਹਾਨੂੰ ਪਤਾ ਆ ਉਹ ਸਾਰੇ ਤੋਂ ਪਹਿਲਾਂ ਜਾਂਦਾ ਹੈ, ਸੋ ਦੈਟਸ ਆਲਰੇਡੀ ਗੋਨ, ਇਟਸ ਵਿਦ ਐਕਸਕਲੂਸਿਵਿਟੀ ਇਟਸ ਗੋਨ। ਤੇ ਸਾਡੇ ਕੋਲ ਹਲੇ ਹੋਰ ਵੀ ਓਪਰਚੁਨਿਟੀਜ਼ ਕਾਫੀਆਂ ਹੈਗੀਆਂ ਚਮਕੌਰ ਜੀ, ਲਾਈਕ ਕਨਵੀਨੀਅੰਸ ਸਟੋਰ ਹੋ ਗਿਆ, ਹੈ ਨਾ। ਮੀਟ ਸ਼ਾਪ ਜੇ ਕਿਸੇ ਨੇ ਲੈਣੀ ਹੈਗੀ ਆ, ਰਾਈਟ, ਬਿਕਾਜ਼ ਆਸ-ਪਾਸ ਕੋਈ ਮੀਟ ਸ਼ਾਪ ਨਹੀਂ ਹੈਗੀ ਹੈ। ਟਰਸਟ ਮੀ, ਆਈ ਟੈਲ ਮਾਈ ਕਲਾਇੰਟਸ ਦੇਰ ਆਰ ਫਿਊ ਓਪਰਚੁਨਿਟੀਜ਼ ਵਿਚ ਯੂ ਡੂ ਨਾਟ ਵਾਂਟ ਟੂ ਮਿਸ, ਹੈ ਨਾ। ਸੋ ਕਾਫੀ ਡੇ ਕੇਅਰ ਇਜ਼ ਅਵੇਲੇਬਲ, ਆਪਟੀਸ਼ਨ ਇਜ਼ ਅਵੇਲੇਬਲ ਤੇ ਹੋਰ ਵੀ ਕਾਫੀ ਚੀਜ਼ਾਂ ਹੈਗੀਆਂ। ਤੁਸੀਂ ਰੀਚ ਆਊਟ ਐਂਡ ਵੀ ਵਿਲ ਗਾਈਡ ਯੂ ਥਰੂ। ਬਿਲਕੁਲ। ਅੱਛਾ, ਜੇ ਆਪਾਂ ਗੱਲ ਕਰੀਏ ਕਿ ਉੱਥੇ ਰੈਜ਼ੀਡੈਂਸ ਏਰੀਆ ਜਿਹੜਾ, ਕਿਉਂਕਿ ਪਲਾਜ਼ਾ ਉਹੀ ਬਿਜੀ ਹੁੰਦਾ ਜਿੱਥੇ ਘਰ ਨੇੜੇ ਹੋਣ, ਤੇ ਉਹ ਇੱਥੇ ਹੈਗੀ ਰੈਜ਼ੀਡੈਂਸ ਕਮਿਊਨਿਟੀ ਹੈਗੀ ਉੱਥੇ? ਸੋ ਜਿੱਥੇ ਇਹ ਪਲਾਜ਼ਾ ਬਣਦਾ ਪਿਆ, ਇਟਸ ਕਾਲਡ ਵੈਸਟ ਏਕਰ ਕਮਰਸ਼ੀਅਲ ਪਲਾਜ਼ਾ। ਜਿੱਥੇ ਇਹ ਪਲਾਜ਼ਾ ਬਣਦਾ ਪਿਆ ਉਹਦੇ ਪਿੱਛੇ ਰਾਈਟ ਵਾਕਿੰਗ ਡਿਸਟੈਂਸ ਤੇ ਸਾਰੀ ਨਿਊ ਕਮਿਊਨਿਟੀ ਆਉਂਦੀ ਪਈ ਹੈ। ਉਹਨਾਂ ਦੀ ਇਸ ਸਾਲ ਕਈਆਂ ਦੀ ਕਲੋਜ਼ਿੰਗ ਹੋ ਚੁੱਕੀ ਆ, ਕਈਆਂ ਦੀ ਹੁੰਦੀ ਪਈ ਆ ਰਾਈਟ ਨਾਓ ਇਸੇ ਸਾਲ ਦੇ ਵਿੱਚ, ਰਾਈਟ। ਸਾਰਾ ਏਰੀਆ ਹੀ ਨਵਾਂ, ਇਟਸ ਏਰੀਆਸ ਆਲ, ਘਰ ਵੀ ਨਵੇਂ ਬਣ ਰਹੇ ਨੇ, ਪਲਾਜ਼ਾ ਵੀ ਨਵਾਂ ਬਣ ਰਿਹਾ। ਯੈਸ, ਯਾ। ਐਂਡ ਜਿਹੜੀ ਦੂਜੀ ਪੁਰਾਣੀ ਕਮਿਊਨਿਟੀ ਹੈਗੀ ਆ, ਇਟਸ ਆਲਸੋ ਲਾਈਕ 1 ਮਿੰਟ ਡਰਾਈਵ। ਅੱਛਾ, ਉਹ ਵੀ ਨੇੜੇ ਹੀ ਆ ਫਿਰ? ਹਾਂਜੀ, ਹਾਂਜੀ। ਅੱਛਾ, ਜੇ ਇਹਦੀ ਕੀਮਤ ਦੀ ਆਪਾਂ ਗੱਲਬਾਤ ਕਰੀਏ ਤੇ ਕਿੱਥੋਂ ਸਟਾਰਟ ਹੁੰਦੀ ਹੈ ਕੀਮਤ ਇਹਦੀ? ਸੋ ਰਫਲੀ ਤੁਸੀਂ 650 ਸਕੁਆਇਰ ਫੁੱਟ ਦੇਖ ਰਹੇ ਹੋ ਪਰ ਸਕੁਆਇਰ ਫੁੱਟ, $650 ਪਰ ਸਕੁਆਇਰ ਫੁੱਟ। ਅੱਛਾ, $650 ਪਰ ਸਕੁਆਇਰ ਫੀਟ ਦੇ? ਹਾਂਜੀ। ਤੇ ਕਿੰਨੇ ਸਕੁਆਇਰ ਫੀਟ ਦੇ ਹੈਗੇ ਨੇਗੇ ਇਹ ਕਮਰਸ਼ੀਅਲ ਯੂਨਿਟ? ਸੋ ਜਿਹੜੇ ਮੋਸਟਲੀ ਸਾਰੇ ਯੂਨਿਟਸ ਹੈਗੇ ਆ ਬਿਲਡਿੰਗ, ਇਹ ਵਾਲੀ ਬਿਲਡਿੰਗ ਦੇ ਵਿੱਚ ਇਹਨਾਂ ਨੇ ਬੜਾ ਹੀ ਬਿਲਡਰ ਨੇ ਜਿਹੜਾ ਬੈਸਟ ਕੰਮ ਕੀਤਾ ਆ, ਹੈ ਨਾ। ਛੋਟੇ ਯੂਨਿਟਸ ਰੱਖੇ ਨੇ, ਇਨਵੈਸਟਰਸ ਲਈ ਵੀ ਗੁੱਡ ਹੈਗਾ ਆ, ਹੈ ਨਾ। 5.5-6 ਲੱਖ ਦੇ ਯੂਨਿਟਸ ਹੈਗੇ ਆ ਬੇਸਿਕ, ਜੇ ਤੁਸੀਂ ਡਿਵਾਈਡ ਮਲਟੀਪਲਾਈ ਕਰਦੇ ਹੋ, ਹੈ ਨਾ, ਸਕੁਆਇਰ ਫੁਟੇਜ ਨੂੰ ਅਮਾਊਂਟ ਦੇ ਨਾਲ। ਸੋ ਰਫਲੀ ਤੁਸੀਂ ਲਗਾ ਰਹੇ ਹੋ 800 ਔਰ 900 ਦੇ ਵਿੱਚ ਹੈਗੀ ਇਹਨਾਂ ਦੀ ਸਕੁਆਇਰ ਫੁਟੇਜ। ਸੋ ਬੇਸਿਕਲੀ 5,60,000 ਤੱਕ ਦੇ, 5,80,000 ਤੱਕ ਦੇ ਯੂਨਿਟਸ ਬਣਦੇ ਆ। ਅੱਛਾ, ਹਾਂਜੀ। ਤੇ ਜੇ ਇਹਦੀ ਕਲੋਜ਼ਿੰਗ ਕਦੋਂ ਹੈਗੀ? ਇਹਨਾਂ ਦੀ ਕਲੋਜ਼ਿੰਗ ਹੈਗੀ ਮੋਸਟਲੀ 24 ਦੇ ਐਂਡ ਦੇ ਵਿੱਚ ਜਾਂ ਫਿਰ 25 ਦੇ ਬਿਗਨਿੰਗ ਦੇ ਵਿੱਚ, ਡਿਪੈਂਡਿੰਗ ਔਨ ਬਿਲਡਿੰਗ ਟੂ ਬਿਲਡਿੰਗ, ਰਾਈਟ। ਸੋ ਮੋਸਟ ਪ੍ਰੋਬਬਲੀ ਤੁਸੀਂ अर्ਲੀ 25 ਦੇਖ ਰਹੇ ਹੋ ਕਲੋਜ਼ਿੰਗ।
ਅੱਛਾ, ਜੇ ਆਪਾਂ ਡਿਪੋਜ਼ਿਟ ਦੀ ਗੱਲਬਾਤ ਕਰੀਏ ਤਾਂ ਉਹਦਾ ਸਟਰਕਚਰ ਕੀ ਹੈਗਾ? डिपॉजिट 20% हैगा आ, बट अगेन वी कैन टॉक अबाउट एंड नेगोशिएट जिदा आजकल सारे एवरीबडी वांट एक्सटेंडेड, वी कैन डेफिनेटली वर्क ऑन इट, बट इट्स 20% विदिन लाइक 6 to 8 months। ਅੱਛਾ हाँ जी। ਅੱਛਾ, ਤੁਸੀਂ ਉੱਥੇ ਹੁਣ ਤੱਕ ਕਿੰਨੇ ਕੁ ਯੂਨਿਟ ਆ ਜਿਹੜੇ ਉਹ ਸੇਲ ਕਰ ਚੁੱਕੇ ਹੋ ਤੁਸੀਂ ਆਪ ਖੁਦ? वेरी गुड क्वेश्चन। मैं मोस्टली उत्थे सारे यूनिट्स मैं ही लाइक निकाले कटे ने। अच्छा, ਤੁਸੀਂ ਵੀ ਕਰ ਰਹੇ ਹੋ ਸਰ? हाँ जी, हाँ जी। सो ਜਿਹੜੇ ਬਿਲਡਿੰਗ C and D ਹੈਗੀ ਆ, ਇਟਸ ਐਕਸਕਲੂਸਿਵ ਵਿਦ ਮੀ ਓਨਲੀ। ਅੱਛਾ। ਸੋ ਜੇ ਕਿਸੇ ਰੀਅਲਟਰ ਨੇ ਵੀ ਇਨਵੈਸਟ ਕਰਨਾ ਹੈਗਾ, ਦੇ ਕੈਨ ਰੀਚ ਆਊਟ। ਜੇ ਕਿਸੇ ਹੋਰ ਰੀਅਲਟਰ ਦੇ ਕੋਈ ਵੀ ਕਲਾਇੰਟਸ ਹੈਗੇ ਆ, ਸੋ ਦਿਸ ਇਜ਼ ਐਕਚੁਅਲੀ ਐਕਸਕਲੂਸਿਵ ਪ੍ਰੋਜੈਕਟ ਵਿਦ ਮੀ। ਕੀ ਬਾਤ ਹੈ ਜੀ। ਨੰਬਰ ਆਪਣਾ ਇੱਕ ਵਾਰੀ ਜ਼ਰੂਰ ਬੋਲ ਦਿਓ, ਵੈਸੇ ਤਾਂ ਤੁਹਾਡਾ ਨੰਬਰ ਮੈਂ ਸਕਰੀਨ ਤੇ ਵੀ ਡਿਸਪਲੇ ਕੀਤਾ ਹੋਇਆ, ਤੇ ਨੰਬਰ ਜ਼ਰੂਰ ਦੇਵੋ ਤੁਸੀਂ ਆਪਣਾ। ਅੱਜ ਆਪਾਂ ਜਿਹੜਾ ਸ਼ੋਅ ਇਹ ਲਾਈਵ ਨਹੀਂ ਕਰ ਰਹੇ, ਜੇ ਕਿਤੇ ਲਾਈਵ ਕਰਦੇ ਹੁੰਦੇ ਤਾਂ ਤੁਹਾਨੂੰ ਕੱਲ੍ਹ ਹੁਣੇ ਆਉਣ ਲੱਗ ਜਾਣੀਆਂ। It's 416-992-8508. Again, it's 416-992-8508. ਅੱਛਾ, ਇਹ ਤਾਂ ਜਿਹੜਾ ਪੈਰਿਸ ਦੇ ਵਿੱਚ ਤੁਹਾਡਾ ਸੀਗਾ ਯੂਨਿਟ ਵਗੈਰਾ ਸੀਗੇ ਕਮਰਸ਼ੀਅਲ, ਕੋਈ ਹੋਰ ਤੁਸੀਂ ਲਿਸਟਿੰਗ ਸਾਂਝੀ ਕਰਨੀ ਚਾਹੁੰਦੇ ਹੋਵੋ ਤੁਹਾਡੇ ਕੋਲ ਜਿਹੜੀ ਹੋਵੇ ਇਸ ਟਾਈਮ? ਮੇਰੇ ਕੋਲ ਚਮਕੌਰ ਜੀ ਕਾਫੀ ਇਨਵੈਸਟਮੈਂਟ ਪਰਪਸ ਤੋਂ ਵੀ ਕਾਫੀ ਲਿਸਟਿੰਗਸ ਹੈਗੀਆਂ ਮੇਰੇ ਕੋਲ। ਫਸਟ ਟਾਈਮ ਬਾਇਰਸ ਲਈ ਵੀ ਮੇਰੇ ਕੋਲ ਸੈਮੀ ਮੈਂ ਬ੍ਰੈਂਪਟਨ ਦੇ ਵਿੱਚ ਲਿਸਟ ਕੀਤਾ ਆ। ਆਈ ਹੈਵ ਅ ਡੀਟੈਚ ਲਿਸਟਿੰਗ ਆਲਸੋ ਇਨ ਬ੍ਰੈਂਪਟਨ। ਮੇਰੇ ਕੋਲ ਹੈਮਿਲਟਨ ਦੇ ਵਿੱਚ ਵੀ ਇਫ ਕੋਈ ਇਨਵੈਸਟਰ ਹੈਗਾ ਆ, ਉੱਥੇ ਵੀ ਮੇਰੀ ਆਪਣੀ ਲਿਸਟਿੰਗਸ ਹੈਗੀਆਂ। ਲੰਡਨ ਦੇ ਵਿੱਚ ਵੀ ਆਈ ਹੈਵ ਫਿਊ ਲਿਸਟਿੰਗ ਜਿਹੜੀ ਵੈਰੀ ਕਲੋਜ਼ ਟੂ ਦ ਯੂਨੀਵਰਸਿਟੀ ਐਂਡ ਸਟਫ ਹੈਗੀਆਂ, ਐਂਡ ਦੇ ਆਰ ਗਰੰਟਿਡ ਕੈਸ਼ ਫਲੋ ਲਿਸਟਿੰਗਸ। ਅੱਛਾ, ਜਿਹੜੇ ਫਸਟ ਟਾਈਮ ਹੋਮ ਬਾਇਰ ਹੁੰਦੇ ਆ ਉਹਨਾਂ ਨੂੰ ਕਈ ਵਾਰੀ ਨਾ ਗਾਈਡੈਂਸ ਨਹੀਂ ਹੁੰਦੀ, ਉਹਨਾਂ ਨੂੰ ਇਹੀ ਡਰ ਲੱਗਦਾ ਰਹਿੰਦਾ ਕਿ ਮੇਰੀ ਮੌਰਗੇਜ ਹੋਊਗੀ, ਪਤਾ ਨਹੀਂ ਹੋਊਗੀ। ਉਹਨਾਂ ਹੀ ਤੁਸੀਂ ਕਿਸ ਤਰ੍ਹਾਂ ਹੈਲਪ ਕਰਦੇ ਹੋ ਜਿਹੜੇ ਫਸਟ ਟਾਈਮ ਹੋਮ ਬਾਇਰ? ਸੋ ਸਾਡੀ ਪੂਰੀ ਟੀਮ ਹੈਗੀ ਆ ਚਮਕੌਰ ਜੀ। ਮੋਰਗੇਜ ਵਾਲੇ ਵੀ ਸਾਡੇ ਕੋਲ ਨਾਲ ਜੁੜੇ ਹੋਏ ਨੇ ਕਾਫੀ, ਹੈ ਨਾ। ਸਾਡੇ ਕੋਲ ਲਾਇਰਸ ਵੀ ਕਾਫੀ ਜੁੜੇ ਹੋਏ ਨੇ ਜਿਨ੍ਹਾਂ ਦੇ ਨਾਲ ਆਪਾਂ ਉਹਨਾਂ ਦੀ ਪਹਿਲਾਂ ਹੀ ਗੱਲ ਕਰਾ ਦਿੰਦੇ ਆ। ਉਹਨਾਂ ਦੀ ਫਸਟ ਟਾਈਮ ਬਾਇਰਸ ਦੀ ਤਸੱਲੀ ਹੋਣਾ ਬਹੁਤ ਜ਼ਰੂਰੀ ਆ। ਬਿਲਕੁਲ ਰਾਈਟ, ਬਿਕਾਜ਼ ਉਹਨਾਂ ਨੂੰ ਇਹ ਹੁੰਦਾ ਹੈ ਕਿ ਰਾਈਟ ਟਾਈਮ ਹੈਗਾ ਬਾਏ ਕਰਨ ਦਾ, ਨਹੀਂ ਹੈਗਾ। ਤੁਸੀਂ ਬਿਲੀਵ ਕਰੋ, ਮੈਂ ਲਾਸਟ ਵੀਕ ਮੇਰੇ ਕੋਲ 3 ਐਕਚੁਅਲੀ ਬ੍ਰਦਰਸ ਹੈਗੇ ਆ ਫਸਟ ਟਾਈਮ ਬਾਇਰਸ। ਉਹਨਾਂ ਦੀ ਕਲੋਜ਼ਿੰਗ ਹੁਣ ਹੋਣ ਵਾਲੀ ਹੈ ਐਂਡ ਦੇ ਆਰ ਸੋ ਹੈਪੀ। ਆਲਰੇਡੀ ਉਹਨਾਂ ਦਾ ਕਿਚਨਰ ਕੈਮਰੇ ਜਿਹੜਾ ਮੈਂ ਉਹਨਾਂ ਨੂੰ ਮਾਰਚ ਦੇ ਵਿੱਚ ਲੈ ਕੇ ਦਿੱਤਾ ਸੀ, ਪ੍ਰਾਈਸਿਸ ਆਲਰੇਡੀ ਉੱਪਰ ਜਾ ਚੁੱਕੇ ਆ, ਹੈ ਨਾ। ਤੇ ਉਹ ਮੈਨੂੰ ਜਦ ਮਿਲੇ ਤੇ ਉਹ ਇਹੀ ਕਹਿੰਦੇ ਸੀਗੇ ਕਿ ਆਪਾਂ ਇਹ ਪਹਿਲਾਂ ਕਿਉਂ ਨਹੀਂ ਕੀਤਾ। ਬਿਲਕੁਲ ਰਾਈਟ, ਕਿਉਂਕਿ ਉਹਨਾਂ ਨੂੰ ਨਾ ਉਹ ਇਕੁਇਟੀ ਵਾਲੀ ਚੀਜ਼ ਸਮਝ ਨਹੀਂ ਆਉਂਦੀ ਆ। ਔਰ ਸਾਡੇ ਹਿਊਮਨ ਨੇਚਰ ਐਕਚੁਅਲੀ ਹੈਗਾ ਆ ਕਿ ਜਦ ਤੱਕ ਆਪਾਂ ਆਪਣੀ ਅੱਖ ਨਾਲ ਨਾ ਦੇਖੀਏ ਨਾ, ਸਾਨੂੰ ਬਿਲੀਵ ਨਹੀਂ ਹੁੰਦਾ। ਬਿਲਕੁਲ ਰਾਈਟ। ਤੇ ਹੁਣ ਉਹ ਜਿਹੜੇ ਫਸਟ ਟਾਈਮ ਬਾਇਰਸ ਹੈਗੇ ਆ, ਉਹਨਾਂ ਨੇ ਦੇਖਿਆ, ਉਹਨਾਂ ਦੇ ਕੋਲੋਂ ਮੈਨੂੰ ਇੰਨੇ ਰੈਫਰੈਂਸ ਅੱਗੇ ਮਿਲੇ ਆ, ਹੈ ਨਾ। ਤੇ ਇਟਸ ਜਸਟ ਯੂ ਹੈਵ ਟੂ ਡੂ ਇਟ, ਟੇਕ ਦ ਸਟੈਪ। ਫਸਟ ਟਾਈਮ ਬਾਇਰਸ ਲਈ ਮੈਂ ਇਹੀ ਕਹਾਂਗੀ, ਇੰਨਾ ਤੁਸੀਂ ਰੈਂਟ ਪੇ ਕਰਦੇ ਪਏ ਹੋ, ਰਾਈਟ। 10% ਦੇ ਨਾਲ 15% ਦੇ ਨਾਲ ਉਹਨਾਂ ਦੀ ਕਲੋਜ਼ਿੰਗ ਹੋ ਜਾਂਦੀ ਆ। ਸੋ ਤੁਸੀਂ ਕੁਝ ਵੀ ਛੋਟਾ ਸਟਾਰਟ ਕਰੋ, ਯੂ ਵਿਲ ਸੀ ਦ ਡਿਫਰੈਂਸ। ਬਿਲਕੁਲ ਜੀ, ਜਿਵੇਂ ਤੁਸੀਂ ਗੱਲ ਕੀਤੀ ਨਾ, ਕਈ ਵਾਰੀ ਅਸੀਂ ਸੋਚਦੇ ਰਹਿ ਜਾਂਦੇ ਹਾਂ ਜਦੋਂ ਕੋਈ ਪ੍ਰੋਜੈਕਟ ਆਉਂਦਾ ਨਾ, ਕਿਉਂਕਿ ਜਿਹੜੇ ਇਦਾਂ ਦੇ ਪ੍ਰੋਜੈਕਟ ਹੁੰਦੇ ਹੈਗੇ, ਵਧੀਆ ਪ੍ਰੋਜੈਕਟ ਹੁੰਦੇ ਆ, ਉਹ ਬਹੁਤਾ ਟਾਈਮ ਟਿਕਦੇ ਨਹੀਂ ਹੈਗੇ। ਥੋੜ੍ਹੇ ਦਿਨ ਪਹਿਲਾਂ ਮੇਰੇ ਦੋਸਤ ਰੀਅਲਟਰ ਨੇ, ਉਹਨਾਂ ਨੇ ਮੈਨੂੰ ਕਾਲ ਕੀਤੀ ਕਿ ਚਮਕੌਰ ਯਾਰ ਤੂੰ ਜੇ ਕੋਈ ਇਨਵੈਸਟਮੈਂਟ ਕਰਨੀ ਹੈ ਨਾ, ਤਾਂ ਇਹ ਯੂਨਿਟ ਮੈਂ ਲਾਇਆ ਹੋਇਆ ਹੈਗਾ ਕਮਰਸ਼ੀਅਲ ਯੂਨਿਟ, ਨੀਅਰ ਅਬਾਊਟ ਇੰਨਾ ਕੀ ਸੀਗਾ ਉਹ 800 850 ਸਕੁਅਰ ਫੁੱਟ, ਔਰ ਬਰੈਂਪਟਨ ਦੇ ਵਿੱਚ। ਹਾਂਜੀ। ਤੁਸੀਂ ਬਿਲੀਵ ਕਰੋ ਕਿੰਨੇ ਦਾ ਸੀਗਾ? 5.25 ਲੱਖ ਦਾ। ਰੀਅਲੀ? ਹਾਂ। ਉਹ ਮੈਨੂੰ ਕਹਿੰਦੇ ਤੂੰ ਲੈ, ਤੇ ਮੈਂ ਕਿਹਾ ਯਾਰ ਮੈਨੂੰ 1-2 ਦਿਨ ਦੇ, ਕਿਉਂਕਿ ਮੇਰੇ ਨਾਲ ਇੱਕ ਡੰਡਾਕ ਦੇ ਵਿੱਚ ਮੇਰੇ ਘਰ ਸੀ, ਉਹਦੀ ਕਲੋਜ਼ਿੰਗ ਆ ਮੂਹਰੇ। ਮੈਂ ਕਿਹਾ ਮੈਨੂੰ 1-2 ਦਿਨ ਕਰਦੇ, ਤੇ ਅੱਜ ਮੈਨੂੰ ਉਹਦੀ ਸਵੇਰੇ ਕਾਲ ਆ ਗਈ ਕਿ ਉਹਨੂੰ ਕਹਿੰਦੇ ਤੂੰ ਤਾਂ ਲਿਆ ਨਹੀਂ, ਉਹ 5.25 ਦਾ ਮੈਂ ਵੇਚਤਾ। ਤੇ ਹੁਣ ਮੈਨੂੰ ਇਹ ਨਾ ਪਛਤਾਵਾ ਹੋ ਰਿਹਾ ਇਸ ਚੀਜ਼ ਦਾ ਵੀ ਮੈਂ ਕਿਉਂ ਨਹੀਂ ਲਿਆ। ਹਾਂ, ਕਿਉਂਕਿ ਬਰੈਂਪਟਨ ਦੇ ਵਿੱਚ 5.25 ਲੱਖ ਦਾ ਕੋਈ ਕਮਰਸ਼ੀਅਲ ਯੂਨਿਟ ਤੁਹਾਨੂੰ 800 ਸਕੁਅਰ ਫੀਟ ਦਾ ਮਿਲ ਰਿਹਾ ਹੋਵੇ, ਤੇ ਅਨਬਲੀਵੇਬਲ ਸੀਗਾ। ਮੈਨੂੰ ਵੀ ਚੰਗਾ ਲੱਗਿਆ, ਮੈਂ ਦੇਖ ਕੇ ਆਇਆ ਸੀਗਾ। ਤੇ ਪਰ ਮੈਂ ਬਸ ਉਹੀ ਘੋਲ ਦੇ ਵਿੱਚ ਮੈਨੂੰ ਥੋੜਾ ਜਿਹਾ ਇੱਧਰ ਸੀਗਾ ਕਿ ਮੈਂ ਆਪਦਾ ਪੇਪਰ ਵਰਕ ਪਹਿਲਾਂ ਘਰ ਵਾਲਾ ਕਰ ਲਵਾਂ, ਤੇ ਫਿਰ ਇਹਦੇ ਵੱਲ ਦੇਖਦਾ। ਨੈਕਸਟ ਟਾਈਮ ਤੁਸੀਂ ਸਾਨੂੰ ਫੋਨ ਕਰਨਾ ਆ ਕਿ ਜੇ ਤੁਸੀਂ ਨਹੀਂ ਲੈਣਾ ਤੁਸੀਂ ਦੱਸਣਾ ਹੈ। ਬਿਲਕੁਲ ਜੀ, ਬਿਲਕੁਲ। ਨਹੀਂ, ਹੁਣ ਤੁਸੀਂ ਦੇਖੋ ਸਾਡੀ ਟੀਮ ਦੇ ਨਾਲ ਜੁਆਇਨ ਕੀਤਾ, ਜੁੜੇ ਹੋਏ ਹੈਗੇ ਹੋ, ਤੇ ਡੈਫੀਨੇਟਲੀ ਜਦੋਂ ਕੋਈ ਚੰਗਾ ਪ੍ਰੋਜੈਕਟ ਹੋਇਆ ਕਰੂ ਤੁਹਾਨੂੰ ਵੀ ਦੱਸਿਆ ਕਰਾਂਗੇ। ਤੇ ਜੇਕਰ ਤੁਹਾਡੇ ਕੋਲ ਤਾਂ ਆਲਰੇਡੀ ਬਹੁਤ ਪ੍ਰੋਜੈਕਟ ਹੁੰਦੇ ਆ ਨਾ, ਤੇ ਉਹ ਵੀ ਅਸੀਂ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸਿਆ ਕਰਾਂਗੇ। ਹੋਰ ਕੀ ਕਹਿਣਾ ਚਾਹੋਗੇ ਲਾਸਟ ਤੇ? ਮੈਂ ਇਹੀ ਕਹਾਂਗੀ ਕਿ ਜਿਹੜੇ ਵੀ ਕੋਈ ਕੁਐਸਚਨਸ ਹੈਗੇ ਸਪੈਸ਼ਲੀ ਕਮਰਸ਼ੀਅਲ ਲਈ, ਰੀਚ ਆਊਟ ਟੂ ਅਸ, ਵੀ ਵਿਲ ਹੈਲਪ ਯੂ, ਵੀ ਵਿਲ ਗਾਈਡ ਯੂ ਥਰੂ ਈਚ ਐਂਡ ਐਵਰੀ ਸਟੈਪ, ਹੈ ਨਾ। ਈਚ ਐਂਡ ਐਵਰੀ ਸਟੈਪ ਤੁਹਾਨੂੰ ਦੱਸਾਂਗੇ। ਇਹਦੇ ਵਿੱਚ ਕਾਫੀ ਕੁਝ ਹੁੰਦਾ ਆ, TMI ਹੁੰਦੀ ਆ, ਹੈ ਨਾ। ਲੋਕਾਂ ਨੂੰ ਸਮਝ ਨਹੀਂ ਆਉਂਦੀ ਆਕਿਊਪੈਂਸੀ ਕੀ ਹੈਗੀ ਆ, ਸਾਨੂੰ ਆਕਿਊਪੈਂਸੀ ਪਹਿਲਾਂ ਮਿਲ ਜਾਏਗੀ, ਹੈ ਨਾ। ਸੋ ਉਹਦੇ ਵਿੱਚ ਬਹੁਤ ਸਾਰੀ ਚੀਜ਼ਾਂ ਹੈਗੀਆਂ ਜਿਹੜੇ ਫਸਟ ਟਾਈਮ ਜਿਹੜੇ ਸਪੈਸ਼ਲੀ ਕਮਰਸ਼ੀਅਲ ਦੇ ਵਿੱਚ ਇਨਵੈਸਟ ਕਰ ਰਹੇ ਨੇ, ਪਲੀਜ਼ ਰੀਚ ਆਊਟ ਟੂ ਅਸ, ਵੀ ਵਿਲ ਗਾਈਡ ਯੂ ਐਂਡ ਟਰਸਟ ਮੀ, ਯੂ ਵਿਲ ਬੀ ਵੈਰੀ ਹੈਪੀ। ਬਿਲਕੁਲ, ਬਹੁਤ ਧੰਨਵਾਦ ਨੇਹਾ ਜੀ, ਤੁਸੀਂ ਆਏ।
ਔਰ ਮੈਂ ਸਾਡੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਜਦੋਂ ਵੀ ਤੁਸੀਂ ਰੀਅਲ ਸਟੇਟ ਦੇ ਵਿੱਚ ਕੋਈ ਇਨਵੈਸਟਮੈਂਟ ਕਰਨੀ ਹੁੰਦੀ ਹੈ ਤਾਂ ਜ਼ਰੂਰ ਪਹਿਲਾਂ ਸਲਾਹ ਜ਼ਰੂਰ ਲੈ ਲਿਆ ਕਰੋ। ਜੇ ਤੁਹਾਡਾ ਅੱਜ ਨਹੀਂ ਪਲਾਨ ਹੈਗਾ, ਤੁਸੀਂ ਅੱਜ ਤੋਂ 6 ਮਹੀਨੇ ਨੂੰ ਸਾਲ ਤੱਕ ਵੀ ਤੁਸੀਂ ਕੋਈ ਪ੍ਰਾਪਰਟੀ ਦੇਖਣੀ ਚਾਹੁੰਦੇ ਹੋ, ਲੈਣੀ ਚਾਹੁੰਦੇ ਹੋ, ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਜਾਂ ਤੁਸੀਂ ਸੋਚ ਰਹੇ ਹੋ ਕਿ ਤੁਹਾਡੇ ਕੋਲ ਥੋੜ੍ਹੇ ਬਹੁਤੇ ਪੈਸੇ ਹੈਗੇ ਨੇਗੇ ਤੇ ਉਹਨੂੰ ਕਿਤੇ ਇਨਵੈਸਟ ਕਰ ਦਈਏ ਵੀ ਜਦੋਂ ਨੂੰ ਤੁਸੀਂ ਪ੍ਰਾਪਰਟੀ ਖਰੀਦਣੀ ਹੈਗੀ ਆ ਜਾਂ ਘਰ ਲੈਣਾ ਹੈਗਾ ਉਦੋਂ ਤੱਕ ਉਹਦੀ ਕੀਮਤ ਵੀ ਵੱਧ ਜਾਂਦੀ ਹੈ। ਜੇ ਅੱਜ ਤੋਂ 2 ਸਾਲ ਤੱਕ ਤੁਸੀਂ ਸੋਚ ਰਹੇ ਹੋ ਨਾ ਕਿ ਸਾਡੇ ਕੋਲੇ ਲੱਖ ਡੇਢ ਲੱਖ ਡਾਲਰ ਜਿਹੜਾ ਜੁੜ ਜਾਵੇ, ਉਹ ਕੰਮ ਕਰਨ ਦੇ ਨਾਲ ਨਹੀਂ ਜੁੜਦੇ। ਇਹ ਤੁਹਾਨੂੰ ਸਮਝ ਜਾਣਾ ਚਾਹੀਦਾ। ਕਮਰਸ਼ੀਅਲ ਦੇ ਵਿੱਚ ਜਾਂ ਤੁਸੀਂ ਰੈਜ਼ੀਡੈਂਸ਼ੀਅਲ ਦੇ ਵਿੱਚ ਯਾਨੀ ਕਿ ਰੀਅਲ ਸਟੇਟ ਦੇ ਵਿੱਚ ਜੇ ਤੁਸੀਂ ਇਨਵੈਸਟ ਕਰੋਗੇ ਤਾਂ ਹੀ ਤੁਹਾਡੇ ਕੋਲੇ 4 ਪੈਸੇ ਜੁੜਨੇ ਹੈਗੇ। ਤੇ ਜਿਵੇਂ ਹੁਣ ਨੇਹਾ ਜੀ ਨੇ ਗੱਲ ਕੀਤੀ ਹੈ, ਪੈਰਿਸ ਦੇ ਵਿੱਚ ਬਹੁਤ ਵਧੀਆ ਪ੍ਰੋਜੈਕਟ ਇਹਨਾਂ ਦਾ ਆਇਆ ਵਾ ਤੇ ਔਰ ਨਵਾਂ ਪਲਾਜ਼ਾ ਬਣ ਰਿਹਾ, ਉੱਥੇ ਘਰ ਨਵੇਂ ਬਣ ਰਹੇ ਨੇ ਤੇ ਓਬਵੀਅਸਲੀ ਉਹ ਜਦੋਂ ਉਹ ਬਣ ਕੇ ਤਿਆਰ ਹੋਣੇ ਨੇ 24 ਦੇ ਐਂਡ ਦੇ ਵਿੱਚ ਜਾਂ 25 ਦੇ ਸਟਾਰਟਿੰਗ ਦੇ ਵਿੱਚ ਜਿਹੜੀ ਉਹਨਾਂ ਦੀ ਕਲੋਜ਼ਿੰਗ ਹੈਗੀ ਆ, ਉਦੋਂ ਤੱਕ 50,000 ਤੋਂ ਲੈ ਕੇ ਲੱਖ ਡਾਲਰ ਤਾਂ ਵੈਸੇ ਕੀਮਤ ਵੱਧ ਜਾਂਦੀ ਹੈ ਜਦੋਂ ਤੱਕ ਉਹਦੀ ਕਲੋਜ਼ਿੰਗ ਹੁੰਦੀ ਆ। ਸੋ ਜ਼ਰੂਰ ਸਲਾਹ ਲੈਣ ਦੇ ਲਈ ਤੁਸੀਂ ਨੇਹਾ ਸੇਠੀ ਜੀ ਦੇ ਨਾਲ ਜ਼ਰੂਰ ਸੰਪਰਕ ਕਰ ਲਿਓ। ਬਹੁਤ ਵਧੀਆ ਤੁਹਾਨੂੰ ਸਲਾਹ ਦੇਣਗੇ। ਤੁਸੀਂ ਅੱਜ ਇਨਵੈਸਟ ਕਰਨਾ, ਅੱਜ ਤੋਂ 6 ਮਹੀਨਿਆਂ ਨੂੰ ਕਰਨਾ, ਚਾਹੇ ਸਾਲ ਨੂੰ ਕਰਨਾ, ਉਹਦੀ ਪਲੈਨਿੰਗ ਤੁਹਾਨੂੰ ਪਹਿਲਾਂ ਬਣਾਉਣੀ ਪੈਣੀ ਹੈਗੀ ਆ। ਇਹ ਨਹੀਂ ਹੈਗਾ ਕਿ ਤੁਸੀਂ ਰਾਈਟ ਵੇ ਕੋਈ ਚੀਜ਼ ਖਰੀਦ ਸਕਦੇ ਹੋ। ਉਹਦੀ ਪਲੈਨਿੰਗ, ਤੁਹਾਡਾ ਕ੍ਰੈਡਿਟ ਸਕੋਰ ਕਿੱਥੇ ਤੱਕ ਹੋਣਾ ਚਾਹੀਦਾ, ਇਹਨਾਂ ਚੀਜ਼ਾਂ ਦਾ ਵੀ ਖਿਆਲ ਰੱਖਣਾ ਪੈਂਦਾ। ਆਪਣਾ ਕ੍ਰੈਡਿਟ ਸਕੋਰ ਨੂੰ ਜ਼ਰੂਰ ਤੁਸੀਂ ਅਪ ਕਰੋ। ਜੇ ਅੱਜ ਤੋਂ 6 ਮਹੀਨੇ ਤੱਕ, ਸਾਲ ਤੱਕ ਤੁਸੀਂ ਪ੍ਰਾਪਰਟੀ ਲੈਣੀ ਆ ਤਾਂ ਤੁਹਾਨੂੰ ਆਪਦੇ ਕ੍ਰੈਡਿਟ ਵੱਲ ਵੀ ਧਿਆਨ ਦੇਣਾ ਪੈਣਾ ਹੈਗਾ। ਉਸ ਤੋਂ ਬਾਅਦ ਤੁਸੀਂ ਸੇਵਿੰਗ ਕਿਵੇਂ ਕਰਨੀ ਆ, ਇਹ ਸਾਰੀਆਂ ਗੱਲਾਂ ਜਿਹੜਾ ਚੰਗਾ ਬਰੋਕਰ ਆ, ਚੰਗਾ ਰੀਅਲ ਸਟੇਟ ਏਜੰਟ ਆ ਤੁਹਾਨੂੰ ਦੱਸ ਸਕਦਾ, ਪਹਿਲਾਂ ਗਾਈਡ ਕਰ ਸਕਦਾ। ਤੁਸੀਂ ਉਹਨਾਂ ਨੂੰ ਜੁਆਇਨ ਕਰ ਲਓ। ਹੌਲੀ ਹੌਲੀ ਜਦੋਂ ਤੱਕ ਤੁਸੀਂ ਪ੍ਰਾਪਰਟੀ ਖਰੀਦਣੀ ਆ ਤਾਂ ਤੁਸੀਂ ਜ਼ਰੂਰ ਉਸ ਮੁਕਾਮ ਤੱਕ ਪਹੁੰਚ ਜਾਂਦੇ ਹੋ। ਸੋ ਅੱਜ ਦੇ ਪ੍ਰੋਗਰਾਮ 'ਚ ਇੱਥੇ ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਫਿਰ ਕਿਸੇ ਦਿਨ ਹਾਜ਼ਰ ਹੋਵਾਂਗੇ ਨੇਹਾ ਜੀ ਦੇ ਨਾਲ। ਅਸੀਂ ਵੀਕਲੀ ਸ਼ੋਅ ਕਰਿਆ ਕਰਾਂਗੇ ਤੇ ਨਵੇਂ ਪ੍ਰੋਜੈਕਟ ਇਹਨਾਂ ਕੋਲੇ ਹੁੰਦੇ ਆ, ਉਹ ਅਸੀਂ ਲੈ ਕੇ ਆਇਆ ਕਰਾਂਗੇ। ਬਹੁਤ ਧੰਨਵਾਦ ਜੀ, ਮਿਹਰਬਾਨੀ।